ਗੁੱਡ ਮਾਰਨਿੰਗ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਸਮਾਜ ਵਿੱਚ ਵਿਚਰਦਿਆਂ ਉਹ ਆਪਣੇ ਦੁੱਖ ਸੁੱਖ ਆਪਣੇ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਸਕੇ ਸੰਬੰਧੀਆਂ ਅਤੇ ਹੋਰ ਨਜ਼ਦੀਕੀਆਂ ਨਾਲ ਸਾਂਝੇ ਕਰਦਾ ਹੈ। ਉਹ ਲੋੜਵੰਦ ਚੀਜ਼ਾਂ ਦਾ ਲੈਣ ਦੇਣ ਕਰਦਾ ਹੈ ਅਤੇ ਆਪਣੀਆਂ ਸਮੱਸਿਆਵਾਂ, ਸ਼ਿਕਾਇਤਾਂ ਅਤੇ ਮੰਗਾਂ ਉੱਚ ਅਧਿਕਾਰੀਆਂ ਤੱਕ ਪਹੁੰਚਾਉਂਦਾ ਹੈ। ਇੱਥੇ ਹੁਣ ਵਿਚਾਰਨਯੋਗ ਗੱਲ ਇਹ ਹੈ ਕਿ ਜਦੋਂ ਇਹ ਸਭ ਕੁਝ ਆਮੋ ਸਾਹਮਣੇ ਬੈਠ ਕੇ ਮੂੰਹ ਜ਼ਬਾਨੀ ਸੰਭਵ ਨਾ ਹੋਵੇ ਤਾਂ ਉਸ ਵੇਲੇ ਸੰਚਾਰ ਦੇ ਕਿਹੜੇ ਸਾਧਨ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਵੇਲੇ ਮਨੁੱਖ ਆਪਣੇ ਦੁੱਖ ਸੁੱਖ, ਆਪਣੀਆਂ ਮੰਗਾਂ, ਆਪਣੀਆਂ ਸ਼ਿਕਾਇਤਾਂ ਪੱਤਰ ਰਾਹੀਂ ਲਿਖਤੀ ਰੂਪ ਵਿੱਚ ਦੂਸਰਿਆਂ ਤੱਕ ਪਹੁੰਚਾਉਂਦਾ ਹੈ। ਅਤੇ ਸਾਡਾ ਅੱਜ ਦਾ ਵਿਸ਼ਾ ਹੈ ਪੱਤਰ ਰਚਨਾ। ਪੱਤਰ ਰਚਨਾ ਬਾਰੇ ਜਾਣਨ ਅਤੇ ਸਿੱਖਣ ਤੋਂ ਪਹਿਲਾਂ ਅਸੀਂ ਪੱਤਰ ਦੇ ਰੂਪਾਂ ਬਾਰੇ ਗੱਲ ਕਰਾਂਗੇ। ਪੱਤਰ 3 ਤਰ੍ਹਾਂ ਦੇ ਹੁੰਦੇ ਹਨ: ਨਿੱਜੀ ਪੱਤਰ, ਦਫ਼ਤਰੀ ਪੱਤਰ ਅਤੇ ਵਪਾਰਕ ਪੱਤਰ। ਨਿੱਜੀ ਪੱਤਰ ਚਿੱਠੀ ਪੱਤਰ ਹੁੰਦੇ ਹਨ। ਇਹ ਪੱਤਰ ਅਸੀਂ ਆਪਣੇ ਭੈਣ ਭਰਾਵਾਂ, ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਅਤੇ ਹੋਰ ਨਜ਼ਦੀਕੀਆਂ ਨੂੰ ਲਿਖਦੇ ਹਾਂ। ਇਹਨਾਂ ਪੱਤਰਾਂ ਵਿੱਚ ਨਿੱਜੀ ਦੁੱਖ ਸੁੱਖ ਫੋਲਿਆ ਜਾਂਦਾ ਹੈ। ਪੱਤਰ ਲਿਖਦੇ ਜਾਂ ਪੜ੍ਹਦੇ ਵੇਲੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਆਮੋ ਸਾਹਮਣੇ ਗੱਲਬਾਤ ਕਰ ਰਹੇ ਹੋਈਏ। ਇਸੇ ਕਰਕੇ ਤਾਂ ਚਿੱਠੀ ਪੱਤਰ ਨੂੰ ਅੱਧੀ ਮੁਲਾਕਾਤ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਦਫ਼ਤਰੀ ਪੱਤਰ। ਦਫ਼ਤਰੀ ਪੱਤਰ ਦਫ਼ਤਰਾਂ ਦੇ ਉੱਚ ਅਧਿਕਾਰੀਆਂ ਨੂੰ ਲਿਖੇ ਜਾਣ ਵਾਲੇ ਪੱਤਰ। ਇਹ 2 ਤਰ੍ਹਾਂ ਦੇ ਹੁੰਦੇ ਹਨ: ਸਰਕਾਰੀ ਅਤੇ ਗੈਰ ਸਰਕਾਰੀ। ਸਰਕਾਰੀ ਦਫ਼ਤਰੀ ਪੱਤਰ ਉਹ ਹੁੰਦੇ ਹਨ ਜਿਹੜੇ ਸਰਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖੇ ਜਾਂਦੇ ਹਨ, ਜਿਵੇਂ ਸਰਕਾਰੀ ਸਕੂਲਾਂ ਅਤੇ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ ਅਤੇ ਹੋਰ ਉੱਚ ਅਧਿਕਾਰੀਆਂ, ਪੁਲਿਸ ਕਮਿਸ਼ਨਰ, ਡਾਕ ਵਿਭਾਗ ਅਤੇ ਹੋਰ ਸਰਕਾਰੀ ਅਹੁਦਿਆਂ 'ਤੇ ਬਿਰਾਜਮਾਨ ਸ਼ਖਸੀਅਤਾਂ ਨੂੰ ਲਿਖੇ ਜਾਂਦੇ ਹਨ। ਗੈਰ ਸਰਕਾਰੀ ਦਫ਼ਤਰੀ ਪੱਤਰ ਉਹ ਹੁੰਦੇ ਹਨ ਜਿਹੜੇ ਨਿੱਜੀ ਅਦਾਰਿਆਂ ਦੇ ਉੱਚ ਅਧਿਕਾਰੀਆਂ, ਜਿਵੇਂ ਅਖਬਾਰ ਦੇ ਸੰਪਾਦਕ, ਕੰਪਿਊਟਰ ਅਤੇ ਪੁਸਤਕ ਵਿਕਰੇਤਾ ਦੇ ਮੈਨੇਜਰ, ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲ ਆਦਿ ਨੂੰ ਲਿਖੇ ਜਾਂਦੇ ਹਨ। ਵਪਾਰਕ ਪੱਤਰ ਉਹ ਪੱਤਰ ਹੁੰਦੇ ਹਨ ਜਿਹੜੇ ਵਪਾਰਕ ਅਦਾਰਿਆਂ ਨਾਲ ਜੁੜੇ ਵਿਅਕਤੀਆਂ ਨੂੰ ਵਪਾਰ ਦੇ ਲੈਣ ਦੇਣ ਜਾਂ ਵਪਾਰ ਦੇ ਕਿਸੇ ਵੀ ਸੰਬੰਧ ਵਿੱਚ ਲਿਖੇ ਜਾਂਦੇ ਹਨ। ਪੱਤਰ ਲਿਖਣਾ ਵੀ ਇੱਕ ਕਲਾ ਹੈ। ਪੱਤਰ ਨੂੰ ਲਿਖਣ ਦੇ ਲਈ ਇਸ ਦੇ ਢਾਂਚੇ ਨੂੰ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ: ਮੁੱਢਲਾ ਢਾਂਚਾ, ਵਿਚਕਾਰਲਾ ਢਾਂਚਾ ਅਤੇ ਅੰਤਮ ਜਾਂ ਅੰਤਲਾ ਢਾਂਚਾ। ਸਭ ਤੋਂ ਪਹਿਲਾਂ ਅਸੀਂ ਦਫ਼ਤਰੀ ਪੱਤਰ ਲਿਖਣ ਦੇ ਢੰਗ ਬਾਰੇ ਪੜ੍ਹਾਂਗੇ। ਦਫ਼ਤਰੀ ਪੱਤਰ ਜਾਂ ਵਪਾਰਕ ਪੱਤਰ, ਇਹਨਾਂ ਨੂੰ ਲਿਖਣ ਦਾ ਢੰਗ ਇੱਕੋ ਜਿਹਾ ਹੀ ਹੁੰਦਾ ਹੈ। ਦਫ਼ਤਰੀ ਪੱਤਰ ਇਹਨਾਂ ਨੂੰ ਬਿਨੇ ਪੱਤਰ ਵੀ ਆਖਿਆ ਜਾਂਦਾ ਹੈ ਕਿਉਂਕਿ ਇਹਨਾਂ ਪੱਤਰਾਂ ਦੇ ਵਿੱਚ ਕੋਈ ਨਾ ਕੋਈ ਬੇਨਤੀ ਕੀਤੀ ਜਾਂਦੀ ਹੈ। ਇਹਨਾਂ ਨੂੰ ਬਿਨੇ ਪੱਤਰ, ਬੇਨਤੀ ਪੱਤਰ, ਪ੍ਰਾਰਥਨਾ ਪੱਤਰ ਜਾਂ ਅਰਜ਼ੀ ਵੀ ਕਹਿੰਦੇ ਹਨ। ਮੁੱਢਲੇ ਢਾਂਚੇ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਇਹਦਾ ਆਰੰਭ ਸਫ਼ੇ ਦੇ ਸੱਜੇ ਹੱਥ ਕੀਤਾ ਜਾਂਦਾ ਹੈ। ਆਰੰਭ ਵੇਲੇ ਲਿਖਣ ਵਾਲੇ ਦਾ ਪਤਾ ਹੁੰਦਾ ਹੈ, ਪਰ ਅਸੀਂ ਇਮਤਿਹਾਨਾਂ ਦੇ ਪੱਖੋਂ ਜਦੋਂ ਲਿਖਦੇ ਹਾਂ, ਬੋਰਡ ਦੀ ਪ੍ਰੀਖਿਆ ਦੇਣੀ ਹੈ, ਤੇ ਅਸੀਂ ਇੱਥੇ ਲਿਖਣ ਵਾਲੇ ਦਾ ਪਤਾ ਨਹੀਂ ਲਿਖਾਂਗੇ। ਅਸੀਂ ਇੱਥੇ ਪ੍ਰੀਖਿਆ ਭਵਨ ਲਿਖਦੇ ਹਾਂ। ਪ੍ਰੀਖਿਆ ਭਵਨ ਭਾਵ ਐਗਜ਼ਾਮੀਨੇਸ਼ਨ ਹਾਲ। ਪ੍ਰੀਖਿਆ ਭਵਨ, ਕੌਮਾ, ਊੜਾ ਐੜਾ ਈੜੀ, ਸ਼ਹਿਰ, ਡੰਡੀ ਅਤੇ ਉਸ ਤੋਂ ਅਗਲੀ ਸਤਰ ਦੇ ਵਿੱਚ ਮਿਤੀ ਉਹ ਪਾਈ ਜਾਂਦੀ ਹੈ ਜਿਸ ਦਿਨ ਤੁਸੀਂ ਇਹ ਪੱਤਰ ਲਿਖ ਰਹੇ ਹੁੰਦੇ ਹੋ। ਉਸ ਤੋਂ ਅਗਲੀ ਸਤਰ ਦੇ ਵਿੱਚ ਪਰ ਖੱਬੇ ਹੱਥ ਹਾਸ਼ੀਏ ਦੇ ਨਾਲ ਸੇਵਾ ਵਿਖੇ ਲਿਖਿਆ ਜਾਂਦਾ ਹੈ। ਸੇਵਾ ਵਿਖੇ ਤੋਂ ਬਾਅਦ ਕੋਈ ਕੌਮਾ ਨਹੀਂ ਪਾਇਆ ਜਾਂਦਾ। ਕਈ ਕਿਤਾਬਾਂ ਦੇ ਵਿੱਚ ਕੌਮਾ ਪਾਇਆ ਗਿਆ ਹੈ, ਪਰ ਇੱਥੇ ਕੌਮਾ ਨਹੀਂ ਆਉਣਾ। ਉਸ ਤੋਂ ਬਾਅਦ ਸੰਬੋਧਨੀ ਪਦ। ਸੰਬੋਧਨੀ ਪਦ ਕਿਸ ਨੂੰ ਅਸੀਂ ਸੰਬੋਧਨ ਕਰ ਰਹੇ ਹਾਂ, ਕਿਸ ਨੂੰ ਅਸੀਂ ਆਪਣਾ ਪੱਤਰ ਲਿਖ ਰਹੇ ਹਾਂ, ਕਿਸ ਨੂੰ ਅਸੀਂ ਬੇਨਤੀ ਕਰ ਰਹੇ ਹਾਂ। ਉਹ ਸਕੂਲ ਦੇ ਪ੍ਰਿੰਸੀਪਲ ਜਾਂ ਬੈਂਕ ਦੇ ਮੈਨੇਜਰ ਜਾਂ ਪੁਲਿਸ ਕਮਿਸ਼ਨਰ ਕੋਈ ਵੀ ਹੋ ਸਕਦੇ ਹਨ ਅਤੇ ਉਹਨਾਂ ਦੇ ਅਹੁਦੇ ਦੇ ਮੁਤਾਬਕ ਅਸੀਂ ਇੱਥੇ ਲਿਖਾਂਗੇ। ਪ੍ਰਿੰਸੀਪਲ ਸਾਹਿਬ, ਕੌਮਾ, ਅਗਲੀ ਸਤਰ ਦੇ ਵਿੱਚ ਪ੍ਰਿੰਸੀਪਲ ਸਾਹਿਬ ਸਕੂਲ ਜਾਂ ਕਾਲਜ ਦੇ ਹੋ ਸਕਦੇ ਹਨ, ਇਸ ਕਰਕੇ ਅਸੀਂ ਉਹੀ ਲਿਖਾਂਗੇ। ਕੱਕਾ, ਖੱਖਾ, ਗੱਗਾ, ਸਕੂਲ ਜਾਂ ਕਾਲਜ, ਕੌਮਾ,
ਊੜਾ ਐੜਾ ਈੜੀ ਸ਼ਹਿਰ ਡੰਡੀ। ਉਸ ਤੋਂ ਅਗਲੀ ਸਤਰ ਦੇ ਵਿੱਚ ਵਿਸ਼ਾ ਲਿਖਿਆ ਜਾਂਦਾ ਹੈ। ਬਿਨੇ ਪੱਤਰ ਦੇ ਵਿੱਚ ਵਿਸ਼ਾ ਬਹੁਤ ਜ਼ਰੂਰੀ ਹੈ, ਕਿਉਂਕਿ ਵਿਸ਼ੇ ਤੋਂ ਹੀ ਸਾਨੂੰ ਪੱਤਰ ਲਿਖਣ ਵਾਲੇ ਦੇ ਮਨੋਰਥ ਦਾ ਪਤਾ ਲੱਗ ਜਾਂਦਾ ਹੈ ਕਿ ਉਸਨੇ ਇਹ ਪੱਤਰ ਕਿਉਂ ਲਿਖਿਆ ਹੈ। ਵਿਸ਼ਾ ਬੜਾ ਹੀ ਸੰਖੇਪ ਹੋਣਾ ਚਾਹੀਦਾ ਹੈ। ਵਿਸ਼ਾ ਲਿਖ ਕੇ ਉਸਦੇ ਅੱਗੇ ਡੰਡੀ ਪਾਈ ਜਾਂਦੀ ਹੈ। ਇਹ ਸਾਡੇ ਬਿਨੇ ਪੱਤਰ ਜਾਂ ਵਪਾਰਕ ਪੱਤਰ ਦਾ ਮੁੱਢਲਾ ਢਾਂਚਾ ਹੁੰਦਾ ਹੈ। ਉਸ ਤੋਂ ਬਾਅਦ ਵਿਚਕਾਰਲਾ ਢਾਂਚਾ। ਵਿਚਕਾਰਲੇ ਢਾਂਚੇ ਵਿੱਚ ਵਿਸ਼ੇ ਤੋਂ ਅਗਲੀ ਸਤਰ ਦੇ ਵਿੱਚ ਖੱਬੇ ਹੱਥ ਹੀ ਹਾਸ਼ੀਏ ਦੇ ਨਾਲ ਸ੍ਰੀਮਾਨ ਜੀ ਜਾਂ ਸ੍ਰੀਮਤੀ ਜੀ, ਜਿਸ ਵੀ ਸ਼ਖਸੀਅਤ ਨੂੰ ਅਸੀਂ ਇਹ ਪੱਤਰ ਲਿਖਦੇ ਹਾਂ ਉਹਨਾਂ ਦੇ ਅਨੁਸਾਰ ਲਿਖਿਆ ਜਾਂਦਾ ਹੈ। ਜੇ ਮਰਦ ਹੈ ਤਾਂ ਸ੍ਰੀਮਾਨ ਜੀ, ਜੇ ਔਰਤ ਹੈ ਤਾਂ ਸ੍ਰੀਮਤੀ ਜੀ, ਕੌਮਾ। ਉਸ ਤੋਂ ਅੱਗੇ ਬਿਨੇ ਪੱਤਰਾਂ ਨੂੰ ਬੇਨਤੀ ਹੈ ਕਿ ਤੋਂ ਸ਼ੁਰੂ ਕੀਤਾ ਜਾਂਦਾ ਹੈ। ਜਿੱਥੇ ਸ੍ਰੀਮਾਨ ਜੀ ਖਤਮ ਹੋਇਆ ਉਹਦੇ ਅੱਗੇ ਕੌਮਾ ਪਾਵਾਂਗੇ, ਜਾਂ ਸ੍ਰੀਮਤੀ ਜੀ ਖਤਮ ਹੋਇਆ ਉਹਦੇ ਅੱਗੇ ਕੌਮਾ ਪਾ ਕੇ ਉਸ ਤੋਂ ਅਗਲੀ ਸਤਰ ਦੇ ਵਿੱਚ ਬੇਨਤੀ ਤੋਂ ਸ਼ੁਰੂ ਕੀਤਾ ਜਾਂਦਾ ਹੈ। ਇਹਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ, ਕੋਈ ਅਰਜ਼ ਕੀਤੀ ਜਾਂਦੀ ਹੈ, ਇਸੇ ਲਈ ਹੀ ਇਹਨੂੰ ਅਰਜ਼ੀ ਵੀ ਕਿਹਾ ਜਾਂਦਾ ਹੈ। ਪੱਤਰ ਲਿਖਣ ਦੇ ਲਈ ਤੁਹਾਨੂੰ ਨੁਕਤੇ ਦਿੱਤੇ ਜਾਂਦੇ ਹਨ, ਜਿਨ੍ਹਾਂ ਦੇ ਆਧਾਰ ਉੱਤੇ ਤੁਸੀਂ ਵਿਚਕਾਰਲੇ ਢਾਂਚੇ ਨੂੰ ਪੂਰਾ ਕਰਦੇ ਹੋ। ਪੱਤਰ ਲਿਖਣ ਲੱਗਿਆਂ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਲਿਖਾਈ ਬਹੁਤ ਹੀ ਸੁੰਦਰ ਹੋਣੀ ਚਾਹੀਦੀ ਹੈ। ਸ਼ਬਦ ਜੋੜਾਂ ਦੀਆਂ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ। ਤੁਹਾਡੀ ਮੰਗ, ਤੁਹਾਡੀ ਸ਼ਿਕਾਇਤ ਬੜੀ ਹੀ ਸਾਫ਼ ਹੋਣੀ ਚਾਹੀਦੀ ਹੈ। ਕੋਈ ਇਹਦੇ ਵਿੱਚ ਉਲਝਣ ਨਹੀਂ ਹੋਣੀ ਚਾਹੀਦੀ। ਜਦੋਂ ਅਸੀਂ ਆਪਣਾ ਵਿਚਕਾਰਲਾ ਢਾਂਚਾ ਪੂਰਾ ਕਰ ਲੈਂਦੇ ਹਾਂ, ਉਸ ਤੋਂ ਬਾਅਦ ਡੰਡੀ, ਹਰ ਵਾਕ ਦੇ ਅੱਗੇ ਜਿਹੜਾ ਵੀ ਵਿਸਰਾਮ ਚਿੰਨ੍ਹ ਲੱਗਦਾ ਹੈ ਉਹਦਾ ਧਿਆਨ ਰੱਖਣਾ ਹੈ। ਉਸ ਤੋਂ ਅੱਗੇ ਅੰਤਮ ਢਾਂਚਾ। ਅੰਤਮ ਢਾਂਚਾ ਵਪਾਰਕ ਅਤੇ ਦਫ਼ਤਰੀ ਪੱਤਰਾਂ ਦੇ ਵਿੱਚ ਅਸੀਂ ਧੰਨਵਾਦ ਸਹਿਤ ਲਿਖਦੇ ਹਾਂ। ਧੰਨਵਾਦ ਸਹਿਤ ਹਾਸ਼ੀਏ ਤੋਂ 1.5 ਇੰਚ ਦੇ ਅੰਤਰ 'ਤੇ ਲਿਖਿਆ ਜਾਂਦਾ ਹੈ। ਧੰਨਵਾਦ ਸਹਿਤ ਡੰਡੀ। ਇੱਥੇ ਇਹ ਧਿਆਨ ਦੇਣ ਯੋਗ ਗੱਲ ਹੈ ਕਿ ਸਹਿਤ ਲਿਖਣਾ ਹੈ, ਸਾਹਿਤ ਨਹੀਂ ਲਿਖਣਾ। ਕਈ ਬੱਚੇ ਸਾਹਿਤ ਲਿਖ ਦਿੰਦੇ ਹਨ। ਸਾਹਿਤ ਦਾ ਭਾਵ ਹੈ ਲਿਟਰੇਚਰ। ਧੰਨਵਾਦ ਸਹਿਤ ਡੰਡੀ। ਉਸ ਤੋਂ ਅਗਲੀ ਸਤਰ ਦੇ ਵਿੱਚ ਸੱਜੇ ਹੱਥ ਆਪ ਜੀ ਦਾ ਆਗਿਆਕਾਰੀ, ਕੌਮਾ। ਉਸ ਤੋਂ ਅੱਗੇ ਨਾਂ, ਜਮਾਤ ਤੇ ਰੋਲ ਨੰਬਰ ਹੁੰਦਾ ਹੈ, ਪਰ ਅਸੀਂ ਨਾਂ, ਜਮਾਤ ਤੇ ਰੋਲ ਨੰਬਰ ਨਹੀਂ ਲਿਖਣਾ। ਇਸ ਕਰਕੇ ਅਸੀਂ ਇੱਥੇ ਕੱਕਾ, ਖੱਖਾ, ਗੱਗਾ ਜਾਂ ਤੱਤਾ, ਥੱਥਾ, ਦੱਦਾ ਹੀ ਲਿਖਦੇ ਹਾਂ। ਇਹ ਸਾਡਾ ਵਪਾਰਕ ਪੱਤਰ ਜਾਂ ਦਫ਼ਤਰੀ ਪੱਤਰ ਦਾ ਢਾਂਚਾ ਹੈ। ਚਲੋ ਹੋਰ ਅਭਿਆਸ ਕਰਦੇ ਹਾਂ। ਸੋ ਪਹਿਲਾਂ ਤੇ ਆਰੰਭ ਪ੍ਰੀਖਿਆ ਭਵਨ ਵਾਲਾ ਹੀ ਆਉਣਾ ਹੈ, ਸੱਜੇ ਹੱਥ। ਉਸ ਤੋਂ ਬਾਅਦ ਸੇਵਾ ਵਿਖੇ ਤੋਂ ਬਾਅਦ, ਜਿਵੇਂ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਜਿਸ ਅਧਿਕਾਰੀ ਨੂੰ ਤੁਸੀਂ ਇਹ ਪੱਤਰ ਲਿਖ ਰਹੇ ਹੋ, ਬੇਨਤੀ ਕਰ ਰਹੇ ਹੋ, ਉਹਦੇ ਅਹੁਦੇ ਦੇ ਮੁਤਾਬਕ ਅਸੀਂ ਉਹਨੂੰ ਲਿਖਾਂਗੇ। ਜਿਵੇਂ ਬੈਂਕ ਦੇ ਮੈਨੇਜਰ ਨੂੰ ਲਿਖਿਆ ਜਾ ਰਿਹਾ ਹੈ ਤੇ ਮੈਨੇਜਰ ਸਾਹਿਬ, ਕੌਮਾ, ਕੱਕਾ, ਖੱਖਾ, ਗੱਗਾ, ਬੈਂਕ, ਕੌਮਾ, ਊੜਾ ਐੜਾ ਈੜੀ ਸ਼ਹਿਰ ਡੰਡੀ। ਜੇ ਅਸੀਂ ਪੁਲਿਸ ਕਮਿਸ਼ਨਰ ਨੂੰ ਲਿਖ ਰਹੇ ਹਾਂ ਤਾਂ ਉਹ ਪੁਲਿਸ ਵਿਭਾਗ ਨਾਲ ਸੰਬੰਧਿਤ ਹੈ। ਇਸ ਕਰਕੇ ਅਸੀਂ ਪਹਿਲੀ ਸਤਰ ਦੇ ਵਿੱਚ ਪੁਲਿਸ ਕਮਿਸ਼ਨਰ ਸਾਹਿਬ, ਕੌਮਾ, ਉਸ ਤੋਂ ਅੱਗੇ ਪੁਲਿਸ ਵਿਭਾਗ, ਕੌਮਾ, ਊੜਾ ਐੜਾ ਈੜੀ ਸ਼ਹਿਰ ਲਿਖਾਂਗੇ। ਉਸ ਤੋਂ ਬਾਅਦ ਅੰਤ ਤੁਹਾਨੂੰ ਸਮਝਾ ਦਿੱਤਾ ਗਿਆ ਹੈ। ਧੰਨਵਾਦ ਸਹਿਤ ਲਿਖ ਕੇ ਉਸ ਤੋਂ ਅੱਗੇ ਆਪ ਜੀ ਦਾ ਵਿਸ਼ਵਾਸ ਪਾਤਰ, ਕੌਮਾ ਜਾਂ ਸ਼ੁਭ ਚਿੰਤਕ, ਕੌਮਾ, ਅੱਗੇ ਕੱਕਾ, ਖੱਖਾ, ਗੱਗਾ ਜਾਂ ਤੱਤਾ, ਥੱਥਾ, ਦੱਦਾ ਕੁਝ ਵੀ ਲਿਖ ਸਕਦੇ ਹੋ। ਜਦੋਂ ਅਸੀਂ ਸਕੂਲ ਤੇ ਕਾਲਜ ਦੇ ਪ੍ਰਿੰਸੀਪਲ ਨੂੰ ਲਿਖਦੇ ਹਾਂ ਤੇ ਅਸੀਂ ਉੱਥੇ ਆਗਿਆਕਾਰ ਜਾਂ ਆਗਿਆਕਾਰੀ ਲਿਖਦੇ ਹਾਂ, ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ। ਜਦੋਂ ਅਸੀਂ ਕੋਈ ਵੀ ਦਫ਼ਤਰੀ ਪੱਤਰ ਹੋਰ ਲਿਖਦੇ ਹਾਂ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਹਾਂ, ਉੱਥੇ ਅਸੀਂ ਵਿਸ਼ਵਾਸ ਪਾਤਰ ਲਿਖਦੇ ਹਾਂ, ਕਿਉਂਕਿ ਬਿਨੇ ਪੱਤਰਾਂ ਵਿੱਚ ਸਾਡੀ ਕੋਈ ਸਮੱਸਿਆ, ਕੋਈ ਮੰਗ, ਕੋਈ ਸ਼ਿਕਾਇਤ ਹੁੰਦੀ ਹੈ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਸਾਡੀਆਂ ਮੰਗਾਂ, ਸਾਡੀਆਂ ਸ਼ਿਕਾਇਤਾਂ ਅਤੇ ਸਾਡੀਆਂ ਸਮੱਸਿਆਵਾਂ ਵੱਲ ਧਿਆਨ ਦੇ ਕੇ ਉਹਨਾਂ ਨੂੰ ਹੱਲ ਜ਼ਰੂਰ ਕਰਨਗੇ। ਇਸ ਕਰਕੇ ਇੱਥੇ ਵਿਸ਼ਵਾਸ ਪੱਤਰ ਲਿਖਿਆ ਜਾਂਦਾ ਹੈ। ਜਦੋਂ ਇੱਕੋ ਜਿਹੇ ਅਹੁਦੇ ਵਾਲੇ ਲਈ ਲਿਖਿਆ ਜਾਵੇ ਤੇ ਅਸੀਂ ਸ਼ੁਭ ਚਿੰਤਕ ਲਿਖਦੇ ਹਾਂ। ਹੁਣ ਕਰਦੇ ਹਾਂ ਨਿੱਜੀ ਪੱਤਰ ਦਾ ਢਾਂਚਾ। ਚਿੱਠੀ ਪੱਤਰ। ਇਹਦੀ ਸ਼ੁਰੂਆਤ ਵੀ ਪ੍ਰੀਖਿਆ ਭਵਨ ਦੇ ਨਾਲ ਹੀ ਹੁੰਦੀ ਹੈ, ਕਿਉਂਕਿ ਲਿਖਣ ਵਾਲੇ ਦਾ ਪਤਾ ਇੱਥੇ ਹੁੰਦਾ ਹੈ। ਅਸੀਂ ਲਿਖਣ ਵਾਲੇ ਦਾ ਪਤਾ ਨਹੀਂ ਲਿਖਦੇ, ਕਿਉਂਕਿ ਅਸੀਂ ਇਮਤਿਹਾਨ ਦੇ ਪੱਖੋਂ ਲਿਖ ਰਹੇ ਹਾਂ। ਪਰ ਜੇ ਤੁਹਾਨੂੰ ਇਮਤਿਹਾਨ ਵਿੱਚ ਪਤਾ ਦਿੱਤਾ ਹੋਵੇ
ਤੇ ਫਿਰ ਤੁਸੀਂ ਪ੍ਰੀਖਿਆ ਭਵਨ ਦੀ ਜਗ੍ਹਾ ਉਹ ਪਤਾ ਲਿਖੋਗੇ, ਚਾਹੇ ਉਹ ਵਪਾਰਕ ਪੱਤਰ ਹੋਣ, ਚਾਹੇ ਉਹ ਦਫ਼ਤਰੀ ਪੱਤਰ ਹੋਣ ਤੇ ਚਾਹੇ ਨਿੱਜੀ ਪੱਤਰ। ਪ੍ਰੀਖਿਆ ਭਵਨ, ਕੌਮਾ, ਊੜਾ ਐੜਾ ਈੜੀ ਸ਼ਹਿਰ ਡੰਡੀ, ਉਸ ਤੋਂ ਅੱਗੇ ਮਿਤੀ ਪਾਈ ਜਾਂਦੀ ਹੈ। ਦਫ਼ਤਰੀ ਪੱਤਰਾਂ ਵਿੱਚ ਜਿੱਥੇ ਅਸੀਂ ਸੇਵਾ ਵਿਖੇ ਲਿਖਿਆ ਹੈ, ਇੱਥੇ ਸੇਵਾ ਵਿਖੇ ਨਹੀਂ ਆਉਣਾ। ਇੱਥੇ ਜਿਸ ਨੂੰ ਅਸੀਂ ਪੱਤਰ ਲਿਖ ਰਹੇ ਹਾਂ, ਆਪਣੇ ਪਰਿਵਾਰਕ ਮੈਂਬਰ, ਆਪਣੇ ਦੋਸਤਾਂ ਮਿੱਤਰਾਂ, ਜਿਨ੍ਹਾਂ ਨੂੰ ਵੀ ਅਸੀਂ ਲਿਖਦੇ ਹਾਂ, ਉਹਨਾਂ ਦੇ ਬਾਰੇ ਇੱਥੇ ਲਿਖਿਆ ਜਾਂਦਾ ਹੈ ਹਾਸ਼ੀਏ ਦੇ ਬਿਲਕੁਲ ਨਾਲ। ਜੇ ਅਸੀਂ ਪਿਤਾ ਜੀ ਨੂੰ ਲਿਖਦੇ ਹਾਂ, ਚਾਚਾ ਜੀ ਨੂੰ ਲਿਖਦੇ ਹਾਂ, ਇੱਥੇ ਅਸੀਂ ਲਿਖਾਂਗੇ ਸਤਿਕਾਰਯੋਗ ਪਿਤਾ ਜੀ, ਸਤਿਕਾਰਯੋਗ ਚਾਚਾ ਜੀ, ਕੌਮਾ। ਉਸ ਤੋਂ ਅੱਗੇ ਜਦੋਂ ਵੀ ਅਸੀਂ ਕਿਸੇ ਨੂੰ ਮਿਲਦੇ ਹਾਂ ਤੇ ਅਸੀਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਜਾਂ ਪੈਰੀ ਪੈਣਾ ਜ਼ਰੂਰ ਕਰਦੇ ਹਾਂ। ਤੇ ਇੱਥੇ ਵੀ ਅਗਲੀ ਸਤਰ ਦੇ ਵਿੱਚ ਸਤਿ ਸ੍ਰੀ ਅਕਾਲ ਜਾਂ ਪੈਰੀ ਪੈਣਾ ਜਾਂ ਪ੍ਰਣਾਮ ਲਿਖਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਡੰਡੀ ਪਾਈ ਜਾਂਦੀ ਹੈ। ਨਿੱਜੀ ਪੱਤਰ ਦੇ ਵਿੱਚ ਵਿਸ਼ਾ ਨਹੀਂ ਹੁੰਦਾ ਕਿਉਂਕਿ ਗੈਰ ਰਸਮੀ ਹੁੰਦੇ ਹਨ। ਇਸ ਕਰਕੇ ਅਸੀਂ ਆਪਣਾ ਪੱਤਰ ਲਿਖਣਾ ਸ਼ੁਰੂ ਕਰਾਂਗੇ। ਇਹਦੇ ਵਿੱਚ ਵੀ ਤੁਹਾਨੂੰ ਨੁਕਤੇ ਦਿੱਤੇ ਜਾਂਦੇ ਹਨ ਤੇ ਨੁਕਤਿਆਂ ਦੇ ਆਧਾਰ 'ਤੇ ਤੁਸੀਂ ਨਿੱਜੀ ਪੱਤਰ ਵੀ ਪੂਰਾ ਕਰਨਾ ਹੁੰਦਾ ਹੈ। ਪਰ ਨਿੱਜੀ ਪੱਤਰ ਸ਼ੁਰੂ ਕਰਨ ਵੇਲੇ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਨੁਕਤਾ ਚਾਹੇ ਦਿੱਤਾ ਹੋਵੇ ਜਾਂ ਨਾ ਦਿੱਤਾ ਹੋਵੇ, ਅਸੀਂ ਆਪਣਾ ਹਾਲ ਚਾਲ ਦੱਸਣਾ ਹੈ ਅਤੇ ਦੂਸਰੇ ਦਾ ਹਾਲ ਚਾਲ ਪੁੱਛਣਾ ਹੈ। ਜਿੱਥੇ ਸਤਿਕਾਰਯੋਗ ਪਿਤਾ ਜੀ ਜਾਂ ਚਾਚਾ ਜੀ ਜਾਂ ਕੋਈ ਹੋਰ ਵੀ ਰਿਸ਼ਤੇ ਦੀ ਗੱਲ ਕੀਤੀ ਗਈ ਹੈ, ਉਹਦੇ ਅੱਗੇ ਕੌਮਾ ਪਾ ਕੇ ਉਸ ਤੋਂ ਥੱਲੇ ਅਸੀਂ ਪੱਤਰ ਸ਼ੁਰੂ ਕਰਦੇ ਹਾਂ। ਉੱਥੇ ਲਿਖਾਂਗੇ, ਸ਼ੁਰੂਆਤੀ ਸਤਰਾਂ ਇਹ ਹੁੰਦੀਆਂ ਹਨ, ਮੈਂ ਇੱਥੇ ਬਿਲਕੁਲ ਠੀਕ ਠਾਕ ਹਾਂ ਅਤੇ ਤੁਹਾਡੀ ਤੰਦਰੁਸਤੀ ਲਈ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਜਾਂ ਕਰਦੀ ਹਾਂ, ਜਾਂ ਮੈਂ ਇੱਥੇ ਬਿਲਕੁਲ ਠੀਕ ਠਾਕ ਹਾਂ ਅਤੇ ਮੈਨੂੰ ਆਸ ਹੈ ਕਿ ਤੁਸੀਂ ਵੀ ਬਿਲਕੁਲ ਠੀਕ ਠਾਕ ਹੋਵੋਗੇ। ਉਸ ਤੋਂ ਬਾਅਦ ਪੱਤਰ ਦਾ ਵਿਚਕਾਰਲਾ ਢਾਂਚਾ ਲਿਖਿਆ ਜਾਂਦਾ ਹੈ। ਪੱਤਰ ਨੂੰ ਪੂਰਾ ਕਰਨ ਤੋਂ ਬਾਅਦ ਇੱਥੇ ਧੰਨਵਾਦ ਸਹਿਤ ਨਹੀਂ ਲਿਖਿਆ ਜਾਂਦਾ ਕਿਉਂਕਿ ਇਹ ਗੈਰ ਰਸਮੀ ਪੱਤਰ ਹੈ। ਸੱਜੇ ਹੱਥ ਤੁਹਾਡਾ ਪਿਆਰਾ ਪੁੱਤਰ ਜਾਂ ਤੁਹਾਡਾ ਪਿਆਰਾ ਭਤੀਜਾ, ਕੌਮਾ, ਉਸ ਤੋਂ ਅੱਗੇ ਨਾਂ ਤੇ ਪਤਾ ਲਿਖਿਆ ਜਾਂਦਾ ਹੈ, ਪਰ ਉਹਦੀ ਜਗ੍ਹਾ 'ਤੇ ਅਸੀਂ ਕੱਕਾ ਖੱਖਾ ਗੱਗਾ ਜਾਂ ਤੱਤਾ ਥੱਥਾ ਦੱਦਾ ਕੁਝ ਵੀ ਲਿਖ ਸਕਦੇ ਹਾਂ। ਜੇ ਅਸੀਂ ਕੋਈ ਚਿੱਠੀ ਪੱਤਰ ਆਪਣੇ ਭਰਾ, ਭੈਣ, ਮਿੱਤਰ, ਸਹੇਲੀ ਨੂੰ ਲਿਖਦੇ ਹਾਂ ਤੇ ਅਸੀਂ ਪਿਆਰੇ ਭਰਾ, ਪਿਆਰੀ ਭੈਣ, ਪਿਆਰੇ ਮਿੱਤਰ ਜਾਂ ਪਿਆਰੀ ਸਹੇਲੀ ਲਿਖ ਕੇ ਕੌਮਾ ਪਾਉਂਦੇ ਹਾਂ। ਉਸ ਤੋਂ ਅਗਲੀ ਸਤਰ ਦੇ ਵਿੱਚ ਅਸੀਂ ਇਹਨਾਂ ਨੂੰ ਨਿੱਘਾ ਪਿਆਰ ਲਿਖ ਸਕਦੇ ਹਾਂ। ਨਿੱਘਾ ਪਿਆਰ ਡੰਡੀ ਅਤੇ ਅੰਤ ਵਿੱਚ ਤੇਰੀ ਪਿਆਰੀ ਭੈਣ, ਤੇਰਾ ਪਿਆਰਾ ਭਰਾ, ਤੇਰੀ ਸਹੇਲੀ, ਤੇਰਾ ਮਿੱਤਰ, ਕੌਮਾ ਅਤੇ ਉਸ ਤੋਂ ਬਾਅਦ ਕੱਕਾ ਖੱਖਾ ਗੱਗਾ ਜਾਂ ਤੱਤਾ ਥੱਥਾ ਦੱਦਾ ਕੁਝ ਵੀ ਲਿਖਿਆ ਜਾਂਦਾ ਹੈ। ਜਦੋਂ ਸਾਡਾ ਨਿੱਜੀ ਪੱਤਰ ਖਤਮ ਹੋ ਗਿਆ ਤੇ ਉਸ ਦੇ ਅੰਤ ਵਿੱਚ ਅਸੀਂ ਇੱਕ ਲਿਫਾਫਾ ਬਣਾਉਂਦੇ ਹਾਂ। ਜਦੋਂ ਅਸੀਂ ਕੋਈ ਵੀ ਪੱਤਰ ਲਿਖਦੇ ਹਾਂ ਤੇ ਅਸੀਂ ਇਸ ਨੂੰ ਡਾਕਖਾਨੇ ਜਾ ਕੇ ਪੋਸਟ ਕਰਦੇ ਹਾਂ ਤਾਂ ਕਿ ਉਹ ਸਹੀ ਸਿਰਨਾਮੇ ਦੇ ਉੱਤੇ ਪਹੁੰਚ ਜਾਵੇ ਤੇ ਨਾਲ ਟਿਕਟ ਲਗਾਈ ਜਾਂਦੀ ਹੈ। ਇਹਦੇ ਉੱਪਰ ਅਸੀਂ ਜਿਸ ਨੂੰ ਪੱਤਰ ਲਿਖਿਆ ਹੈ, ਜਿਸ ਨੂੰ ਪੱਤਰ ਭੇਜਣਾ ਹੈ, ਉਸ ਦਾ ਸਿਰਨਾਮਾ ਲਿਖਿਆ ਜਾਂਦਾ ਹੈ, ਉਸ ਦਾ ਐਡਰੈਸ ਲਿਖਿਆ ਜਾਂਦਾ ਹੈ। ਵੱਲ ਨਾਂ ਜਿਸ ਨੂੰ ਭੇਜਿਆ ਜਾ ਰਿਹਾ ਹੈ, ਉਸ ਦਾ ਪਤਾ ਤੇ ਪਿੰਨ ਕੋਡ। ਸਿਰਨਾਮਾ ਬੜਾ ਹੀ ਸਾਫ ਸੁਥਰਾ ਹੋਣਾ ਚਾਹੀਦਾ ਹੈ ਤੇ ਬਿਲਕੁਲ ਠੀਕ ਹੋਣਾ ਚਾਹੀਦਾ ਹੈ ਤਾਂ ਕਿ ਸਾਡੀ ਚਿੱਠੀ ਸਹੀ ਪਤੇ ਉੱਤੇ ਹੀ ਪਹੁੰਚੇ। ਹੁਣ ਮੈਨੂੰ ਆਸ ਹੈ ਕਿ ਤੁਹਾਨੂੰ ਪੱਤਰ ਦਾ ਢਾਂਚਾ ਤੇ ਪੱਤਰ ਲਿਖਣ ਦੇ ਢੰਗ ਦਾ ਪਤਾ ਲੱਗ ਗਿਆ ਹੋਵੇਗਾ, ਚਾਹੇ ਉਹ ਬਿਨੇ ਪੱਤਰ ਹੋਵੇ, ਚਾਹੇ ਦਫ਼ਤਰੀ ਜਾਂ ਵਪਾਰਕ। ਖੁਸ਼ ਰਹੋ, ਤੰਦਰੁਸਤ ਰਹੋ। ਥੈਂਕ ਯੂ।